Warm welcome to all my viewers. Today I am making one another session related to the class 10th SST part of social studies book. In this chapter we are discussing about the Guru Nanak Dev Ji and his teachings part first. In this session we are discussing about the what kind of the teaching given by the Guru Nanak Dev Ji to the whole world and try to be a change their traditions and policy with their own teachings. So we are discussing in this and we are discussing their very short question answers in this session. I hope you all students will be enjoy this session and try to be gaining there some kind of knowledge. Before starting this session, I will told you my all viewers which has in comes to their first time on my YouTube channel, so must be subscribe my channel. Just wait for a bright future. Now we are start from this session. The first question of this session is explain the controversies regarding to the birth date of the Guru Nanak Dev Ji. Guru Nanak Dev Ji ਦੇ ਜਨਮ ਦੇ ਨਾਲ ਜਿਹੜੀ ਕੰਟਰੋਵਰਸੀ ਚੱਲ ਰਹੀ ਆ ਵੀ ਡੇਟ ਆਫ ਬਰਥ ਕੀ ਹੋਏਗੀ ਉਹਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਵਾ ਅਕੋਰਡਿੰਗ ਟੂ ਦੀ ਜਨ ਸੁਖੀ ਬਾਇਓਗ੍ਰਾਫੀ ਆਫ ਟੂ ਦੀ ਭਾਈ ਵਾਲਾ ਜੀ. Guru Nanak Dev Ji was born in the day of the full moon in the month of the Kartak, October and November in 1469. According to the another view, Guru Nanak Dev Ji was born on the April 15, 1469. The modern patrons are of the views that he was born into the month of Vaisakh यानी कि Vaisakhi season April May and support the date of 15 April 15 1469. ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਜਿਹੜੀ ਇੱਕ ਭਾਈ ਬਾਲਾ ਜੀ ਨੇ ਲਿਖੀ ਸੀਗੀ ਉਹਨਾਂ ਨੇ ਦੱਸਿਆ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਹ ਪੂਰੇ ਚੰਦ ਦੇ ਦਿਨ ਯਾਨੀ ਕਿ ਪੂਰਨਮਾਸ਼ੀ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀਗਾ ਜਿਹੜਾ ਕਿ ਅਕਤੂਬਰ ਨਵੰਬਰ ਦੇ ਵਿੱਚ ਆਉਂਦਾ ਵਾ ਅਤੇ 1469 ਦੇ ਵਿੱਚ ਹੋਇਆ. ਪਰ ਕੁਛ ਕੁ ਜਿਹੜੇ ਲੋਕ ਸੀਗੇ ਉਹਨਾਂ ਦਾ ਵਿਊ ਸੀ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੋਇਆ ਸੀ ਉਹ 15 ਅਪ੍ਰੈਲ 1469 ਦੇ ਵਿੱਚ ਹੋਇਆ ਗਿਆ ਸੀਗਾ. ਅਤੇ ਮਾਡਰਨ ਲੋਕ ਵੀ ਇਹੀ ਮੰਨਦੇ ਨੇ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੋਇਆ ਸੀ ਉਹ ਵਿਸਾਖ ਦੇ ਵਿੱਚ ਯਾਨੀ ਕਿ ਵਿਸਾਖੀ ਵਾਲੇ ਸੀਜ਼ਨ ਅਪ੍ਰੈਲ ਮਈ ਦੇ ਵਿੱਚ ਹੋਇਆ ਸੀਗਾ ਅਤੇ ਉਹ ਡੇਟ ਕਿੰਨੀ ਸੀ 15 ਅਪ੍ਰੈਲ 1469 ਦੇ ਵਿੱਚ. ਸੈਕਿੰਡ ਕੁਐਸਚਨ ਕੀ ਆ ਵਿਚ ਇੰਸੀਡੈਂਸ ਇਜ਼ ਨੋਨ ਟੂ ਦੀ ਸੱਚਾ ਸੌਦਾ. ਕਿਹੜੇ ਇੰਸੀਡੈਂਸ ਨੂੰ ਜਾਂ ਕਿਹੜੀ ਘਟਨਾ ਨੂੰ ਅਸੀਂ ਕੀ ਕਹਿੰਦੇ ਹਾਂ ਸੱਚਾ ਸੌਦਾ ਨਾਮ ਦਿੱਤਾ ਗਿਆ ਵਾ. ਗੁਰੂ ਨਾਨਕ ਦੇਵ ਜੀ ਫਾਦਰ ਗੇਵ ਟੂ ਹਿਮ 20 ਰੁਪੀਜ਼ ਟੂ ਸਟਾਰਟਿੰਗ ਦੀ ਸਮ ਬਿਜ਼ਨਸ. ਗੁਰੂ ਨਾਨਕ ਦੇਵ ਜੀ ਸਪੈਂਡ ਦੈਟ ਮਨੀ ਟੂ ਦੀ ਫੀਡਿੰਗ ਦੀ ਹੰਗਰੀ ਸੈਂਟਸ ਐਂਡ ਦਿਸ ਇੰਸੀਡੈਂਸ ਆਫ ਦੀ ਫੇਮਸ ਐਸ ਟੂ ਦੀ ਸੱਚਾ ਸੌਦਾ. ਗੁਰੂ ਨਾਨਕ ਦੇਵ ਜੀ ਜਿਹੜੇ ਪਿਤਾ ਸੀਗੇ ਉਹਨਾਂ ਨੇ 20 ਰੁਪਏ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇੱਕ ਵਪਾਰ ਸ਼ੁਰੂ ਕਰਨ ਦੇ ਲਈ ਦਿੱਤਾ, ਪਰ ਉਹਨਾਂ ਨੇ ਸਾਰੀ ਜਿਹੜੇ ਪੈਸੇ ਸੀਗੇ ਉਹ ਕੀ ਆ ਹੰਗਰੀ ਜਿਹੜੇ ਭੁੱਖੇ ਸਾਧੂ ਸੀਗੇ ਉਹਨਾਂ ਨੂੰ ਖਵਾ ਦਿੱਤਾ ਸੀ ਅਤੇ ਇਸ ਇੰਸੀਡੈਂਸ ਨੂੰ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਜਾਂਦਾ ਵਾ. ਉਸ ਤੋਂ ਬਾਅਦ ਹੈ ਟੂ ਵਿਚ ਆਫ ਦੀ ਪਲੇਸ ਗੁਰੂ ਨਾਨਕ ਦੇਵ ਜੀ ਵਾਈਫ ਇਜ਼ ਬਿਲੋਂਗ ਰਾਈਟ ਦੀ ਨੇਮ ਆਫ ਹਰ ਸਨਸ. ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪਤਨੀ ਸੀਗੇ ਉਹ ਕਿੱਥੋਂ ਬਿਲੋਂਗ ਕਰਦੇ ਸੀ ਅਤੇ ਉਹਨਾਂ ਦੇ ਬੱਚਿਆਂ ਦਾ ਨਾਮ ਕੀ ਸੀਗਾ ਜਾਂ ਉਹਨਾਂ ਦੇ ਬੇਟਿਆਂ ਦਾ ਨਾਮ ਕੀ ਸੀ. ਮਾਤਾ ਸੁਲੱਖਣੀ ਜੀ ਵਾਈਫ ਆਫ ਗੁਰੂ ਨਾਨਕ ਦੇਵ ਜੀ ਬਿਲੋਂਗਸ ਟੂ ਦੀ ਬਟਾਲਾ ਡਿਸਟ੍ਰਿਕਟ ਆਫ ਟੂ ਦੀ ਗੁਰਦਾਸਪੁਰ. ਗੁਰੂ ਨਾਨਕ ਦੇਵ ਜੀ ਹੈਡ ਟੂ ਸਨਸ ਨੇਮ ਭਾਈ ਸ਼੍ਰੀ ਚੰਦ ਐਂਡ ਭਾਈ ਸ਼੍ਰੀ ਲਖਮੀ ਚੰਦ. ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵਾਈਫ ਸੀ ਉਹਨਾਂ ਦਾ ਨਾਮ ਸੁਲੱਖਣੀ ਦੇਵੀ ਸੀਗਾ ਜਿਹੜੇ ਕਿ ਬਟਾਲਾ ਤੋਂ ਬਿਲੋਂਗ ਕਰਦੇ ਸੀ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਹੈ, ਅਤੇ ਉਹਨਾਂ ਦੇ ਦੋ ਸਨ ਸੀਗੇ ਭਾਈ ਚੰਦ ਜੀ ਅਤੇ ਭਾਈ ਲਖਮੀ ਚੰਦ. ਉਸ ਤੋਂ ਬਾਅਦ ਹੈ ਰਾਈਟ ਦੀਆਂ ਵਰਡਸ ਆਫ ਦੀ ਸਪੋਕਨ ਬਾਈ ਦੇ ਗੁਰੂ ਨਾਨਕ ਦੇਵ ਜੀ ਆਫਟਰ ਰਿਟੇਨਿੰਗ ਦੀਆਂ ਇਨਲਾਈਟਮੈਂਟ ਐਂਡ ਐਕਸਪਲੇਨ ਦੇਅਰ ਮੀਨਿੰਗਸ. ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੇ ਕਿਹੜੇ ਸ਼ਬਦ ਕਹੇ ਅਤੇ ਉਸ ਦਾ ਕੀ ਭਾਵ ਸੀਗਾ ਉਹਦੇ ਬਾਰੇ ਤੁਸੀਂ ਦੱਸਣਾ ਵਾ. ਗੁਰੂ ਨਾਨਕ ਦੇਵ ਜੀ ਗੇਵ ਅ ਮੈਸੇਜ ਦੈਟ ਨੋ ਵਨ is a Hindu or Muslim. These were the first words which the Guru Nanak Dev Ji was uttered after the retaining the enlightenment. The meaning of his message was that all Hindus and Muslims were equal. It also meant that the Hindu Muslims had forgotten their real message of their respective of their religions. ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਜਦੋਂ ਆਪਣਾ ਗਿਆਨ ਪ੍ਰਾਪਤੀ ਤੋਂ ਬਾਅਦ ਬਾਹਰ ਨਿਕਲੇ ਤਾਂ ਉਹਨਾਂ ਨੇ ਇੱਕ ਹੀ ਸ਼ਬਦ ਬੋਲੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ. ਇਹਦਾ ਜਿਹੜਾ ਮੀਨਿੰਗ ਸੀਗਾ ਉਹ ਕੀ ਸੀ ਜਦੋਂ ਉਹ ਇਹਦਾ ਮੀਨਿੰਗ ਸੀਗਾ ਵੀ ਨਾ ਕੋਈ ਹਿੰਦੂ, ਸਾਰੇ ਹਿੰਦੂ ਅਤੇ ਮੁਸਲਮਾਨ ਜਿਹੜੇ ਨੇ ਉਹ ਬਰਾਬਰ ਨੇ. ਕਹਿੰਦੇ ਹਿੰਦੂ ਮੁਸਲਮਾਨ ਜਿਹੜੇ ਆਪਣੀ ਅਸਲੀ ਜਾਤ ਆ ਜਾਂ ਅਸਲੀ ਧਰਮ ਆ ਉਹਦੇ ਰਸਤੇ ਤੋਂ ਭਟਕ ਚੁੱਕੇ ਨੇ, ਤਾਂ ਕਰਕੇ ਉਹ ਕੀ ਆ ਕਈ ਪ੍ਰੋਬਲਮਾਂ ਨੂੰ ਫੇਸ ਆਊਟ ਕਰ ਰਹੇ ਨੇ. ਉਸ ਤੋਂ ਬਾਅਦ ਹੈ ਵਟ ਵਰਕਸ ਵਾਸ ਡਨ ਬਾਈ ਦੀ ਗੁਰੂ ਨਾਨਕ ਦੇਵ ਜੀ ਐਟ ਸੁਲਤਾਨਪੁਰ ਅੰਡਰ ਦੀ ਵੋਮ. ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੇ ਵਿੱਚ ਕਿਹੜਾ ਕੰਮ ਕੀਤਾ ਅਤੇ ਕਿਹਦੇ ਦੇਖ ਰੇਖ ਦੇ ਵਿੱਚ ਉਹ ਕੰਮ ਕੀਤਾ. ਐਟ ਦੀ ਸੁਲਤਾਨਪੁਰ ਲੋਧੀ Guru Nanak Dev Ji worked at to the Bhandari the stock accounter in the Lodi Khana government storehouse of the Subedar Daulat Khan Lodi. ਵੀ ਦੌਲਤਪੁਰ
ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਭੰਡਾਰੀ ਦਾ ਕੰਮ ਕੀਤਾ, ਯਾਨੀ ਕਿ ਉਹ ਸਟਾਕ ਨੂੰ ਮੇਨਟੇਨ ਕਰਦੇ ਸੀਗੇ ਵੀ ਕਿੰਨਾ ਜ਼ਿਆਦਾ ਅਨਾਜ ਬਚਿਆ ਕਿੰਨਾ ਨਹੀਂ ਬਚਿਆ। ਉਹ ਮੋਦੀ ਖਾਨੇ ਦੇ ਵਿੱਚ ਕੀਤਾ, ਜਿਹੜਾ ਕਿ ਇੱਕ ਗੌਰਮੈਂਟ ਸਟੋਰ ਹਾਊਸ ਸੀਗਾ ਸੂਬੇਦਾਰ ਦੌਲਤ ਖਾਂ ਲੋਧੀ ਦਾ। ਨੇਮ ਆਫ ਦੀਆਂ 4 ਬਾਣੀਜ਼ ਕੰਪੋਜ਼ਡ ਬਾਈ ਦੀਆਂ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦੇ ਦੁਆਰਾ ਲਿਖੀ ਗਈਆਂ 4 ਬਾਣੀਆਂ ਦੇ ਨਾਮ ਦੱਸਣੇ ਆ। ਗੁਰੂ ਨਾਨਕ ਦੇਵ ਜੀ ਦੀਆਂ 4 ਬਾਣੀਆਂ ਨੇ ਜਪਜੀ, ਵਾਰਮਲਾ, ਵਾਰ ਆਸਾ ਦੀ, ਜਪਜੀ ਸਾਹਿਬ ਅਤੇ ਵਾਰਮਲਾ। ਇਹ ਜਿਹੜੀਆਂ 4 ਨੇ ਇਹ ਉਹਨਾਂ ਦੀਆਂ 4 ਮੇਨ ਬਾਣੀਆਂ ਲਿਖੀਆਂ ਗਈਆਂ। ਉਸ ਤੋਂ ਬਾਅਦ ਹੈ ਵਟ ਡਿਡ ਦੀਆਂ ਗੁਰੂ ਨਾਨਕ ਦੇਵ ਜੀ ਟੂ ਬੀ ਅ ਪ੍ਰੀਚ ਐਟ ਦੀਆਂ ਕੁਰੂਕਸ਼ੇਤਰਾ। ਵੀ ਜਦੋਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰਾ ਦੇ ਵਿੱਚ ਗਏ ਤਾਂ ਉਹਨਾਂ ਨੇ ਕਿਹੜੇ ਵਿਚਾਰ ਦਿੱਤੇ ਜਾਂ ਉਹਨਾਂ ਨੇ ਕਿਹੜੀ ਫਿਲਾਸਫੀ ਉਹਨਾਂ ਦੇ ਸਾਹਮਣੇ ਰੱਖੀ। ਐਟ ਦੀਆਂ ਕੁਰੂਕਸ਼ੇਤਰਾ ਗੁਰੂ ਨਾਨਕ ਦੇਵ ਜੀ ਗੇਵ ਅ ਮੈਸੇਜ ਦੈਟ ਅ ਪਰਸਨ ਸ਼ੁੱਡ ਬੀ ਅ ਲੇ ਮੋਰ onto the purity of their minds and soul than onto the mere purity of his physical appearance or carnal existence। ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਦੇ ਵਿੱਚ ਆਪਣੇ ਵਿਚਾਰ ਦਿੱਤੇ ਕਿ ਬੰਦੇ ਨੂੰ ਆਪਣੇ ਸਰੀਰਕ ਸੁੰਦਰਤਾ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਆਪਣੇ ਧਰਮ ਦਾ ਜਾਂ ਆਪਣੇ ਮਨ ਦੀ ਆਤਮਾ ਨੂੰ ਕੀ ਕਰਨਾ ਚਾਹੀਦਾ, ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਉਸ ਤੋਂ ਬਾਅਦ ਹੈ ਰਾਈਟ ਦੀਆਂ ਗੁਰੂ ਨਾਨਕ ਦੇਵ ਜੀ ਵਿਜ਼ਿਟ ਟੂ ਦੀਆਂ ਬਨਾਰਸ। ਜਦੋਂ ਗੁਰੂ ਨਾਨਕ ਦੇਵ ਜੀ ਬਨਾਰਸ ਗਿਆ ਉਹਦੇ ਬਾਰੇ ਤੁਸੀਂ ਦੱਸਣਾ ਵਾ। ਗੁਰੂ ਨਾਨਕ ਦੇਵ ਜੀ ਟਰੈਵਲ ਟੂ ਦੀਆਂ ਬਨਾਰਸ ਫਰੋਮ ਟੂ ਦੀਆਂ ਗੋਰਖਮਤਾ ਐਟ ਦੀਆਂ ਬਨਾਰਸ ਪੰਡਿਤ ਚਤੁਰਦਾਸ debated with him on their ideology worship। the Pandit Chaturdas ji lost the debates, he was to the convinced by the Guru Nanak Dev Ji's views, he surrendered himself to him and becomes his follower। ਜੇ ਬਨਾਰਸ ਦੇ ਵਿੱਚ ਜਿਹੜਾ ਇੱਕ ਪੰਡਤ ਗੋਰਖਮਤਾ ਜਿਹੜਾ ਸੀਗਾ ਉੱਥੇ ਗਏ ਜੀ ਗੁਰੂ ਨਾਨਕ ਦੇਵ ਜੀ, ਅਤੇ ਉੱਥੇ ਬਨਾਰਸ ਦੇ ਵਿੱਚ ਇੱਕ ਪੰਡਿਤ ਸੀ ਚਤੁਰਦਾਸ ਜੀ, ਜਿਨ੍ਹਾਂ ਨਾਲ ਉਹਨਾਂ ਦੀ ਕਾਫੀ ਜ਼ਿਆਦਾ ਬਹਿਸ ਹੋਈ, ਜਿਹਦੇ ਜਿਹੜਾ ਕੀ ਸੀਗਾ ਰੱਬ ਦੀ ਭਗਤੀ ਦੇ ਰਿਗਾਰਡਿੰਗ ਕਾਫੀ ਮੂਰਖਤਾ ਭਰੇ ਜਿਹੜੇ ਭਗਤੀ ਦੇ ਵੇ ਸੀਗੇ ਉਹਦੇ ਬਾਰੇ ਦੱਸ ਰਿਹਾ ਸੀ। ਪੰਡਤ ਚਤੁਰ ਜੀ ਜਿਹੜੇ ਸੀਗੇ ਉਹ ਇਸ ਡਿਬੇਟ ਨੂੰ ਹਾਰ ਗਏ ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਨਵਿੰਸ ਕਰ ਲਿਆ ਆਪਣੇ ਵਿਊਜ਼ ਦੇ ਨਾਲ, ਅਤੇ ਉਹ ਬੰਦਾ ਜਿਹੜਾ ਸੀ ਉਹਨਾਂ ਸਾਹਮਣੇ ਹਾਰ ਚੁੱਕਿਆ ਸੀ ਅਤੇ ਹੁਣ ਉਹ ਗੁਰੂ ਨਾਨਕ ਦੇਵ ਜੀ ਦਾ ਕੀ ਬਣ ਗਿਆ ਸੀ, ਇੱਕ ਫੋਲੋਅਰ ਬਣ ਗਿਆ ਸੀ। ਵਟ ਡਿਡ ਦੀਆਂ ਗੁਰੂ ਨਾਨਕ ਦੇਵ ਜੀ ਪ੍ਰੀਚ ਟੂ ਦੀਆਂ ਸਿੱਧਿਜ਼ ਐਂਡ ਜੋਗੀਜ਼ ਐਟ ਟੂ ਦੀਆਂ ਗੋਰਖਮਤਾ। ਗੋਰਖਮਤਾ ਦੇ ਵਿੱਚ ਜਿਹੜੇ ਸਿੱਧ ਪੁਰਸ਼ ਅਤੇ ਜਿਹੜੇ ਜੋਗੀ ਸੀਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਉਦੇਸ਼ ਦਿੱਤਾ। ਦੀਆਂ ਸਿੱਧ ਐਂਡ ਯੋਗੀਜ਼ ਟੂ ਦੀਆਂ ਸੀਮਸ ਦੇਅਰ ਬੋਡੀਜ਼ ਵਿਦ ਐਸ਼ ਐਂਡ strange way of life। Guru Nanak Dev Ji gave him the message that they would not to retain salvations by the adoption of to the useless customs, by the smellings of their body with the ash, holding sticks, shaving heads, giving up to their social responsibility etc। ਸਿੱਧ ਅਤੇ ਜਿਹੜੇ ਜੋਗੀ ਸੀਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਜਿਹੜੇ ਬੋਡੀ ਦੇ ਉੱਤੇ ਜਾਂ ਆਪਣੇ ਸਰੀਰ ਦੇ ਉੱਤੇ ਸਵਾਹ ਮਲ ਲੈਂਦੇ ਹੋ, ਹੱਥ ਦੇ ਵਿੱਚ ਡੰਡਾ ਫੜ ਲੈਂਦੇ ਹੋ, ਜਾਂ ਇੱਕ ਸਟਰੇਂਜ ਵੇ ਨਾਲ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਜੀ ਰਹੇ ਹੋ, ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਮੈਸੇਜ ਦਿੱਤਾ ਵੀ ਤੁਹਾਨੂੰ ਕੀ ਆਪਣੀ ਦਾੜੀ ਸ਼ੇਪ ਕਰਾਉਣਾ, ਇਹ ਸਾਰੇ ਕੀ ਨੇ ਰਸਮਾਂ ਰਿਵਾਜ਼ ਜਿਹੜੇ ਨੇ ਇਹ ਅਡੰਬਰ ਨੇ, ਜਾਂ ਤੁਸੀਂ ਕਹਿ ਦਿਓ ਆਪਣੇ ਮਨ ਨੂੰ ਭਰਮਾਉਣ ਵਾਲੀਆਂ ਗੱਲਾਂ ਨੇ। ਸਿਰਫ ਆਪਣੇ ਪਿੰਡੇ 'ਤੇ ਸਵਾਹ ਮਲ ਲੈਣੀ ਜਾਂ ਕੀ ਆ ਕੋਈ ਵੀ ਚੀਜ਼, ਜਾਂ ਉਹਨਾਂ ਨੇ ਡੰਡਾ ਫੜ ਲੈਣਾ ਹੱਥ ਦੇ ਵਿੱਚ, ਅਤੇ ਸੋਸ਼ਲ ਰਿਸਪੋਂਸੀਬਿਲਟੀਆਂ ਦਾ ਜਿਹੜਾ ਵਾ ਇਹ ਚੀਜ਼ਾਂ ਦਿਖਾਈ ਜਾਣਾ, ਇਹ ਸਾਰੀਆਂ ਚੀਜ਼ਾਂ ਕੀ ਨੇ ਵਿਅਰਥ ਨੇ, ਸਾਨੂੰ ਇਹ ਜ਼ਿੰਦਗੀ ਦੇ ਵਿੱਚ ਕਦੇ ਵੀ ਸਫਲ ਨਹੀਂ ਬਣਾ ਸਕਦੀਆਂ। ਉਸ ਤੋਂ ਬਾਅਦ ਨੇ ਐਕਸਪਲੇਨ ਦੀਆਂ ਗੁਰੂ ਨਾਨਕ ਦੇਵ ਜੀ ਵਿਊ ਔਨ ਗੋਡ। ਵੀ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸੀਗੇ ਰੱਬ ਦੇ ਲਈ। ਅਕੋਰਡਿੰਗ ਟੂ ਦ ਗੁਰੂ ਨਾਨਕ ਦੇਵ ਜੀ ਸੁਪਰੀਮ ਗੋਡ ਵਾਜ਼ ਫੇਮਲੈਸ, omnipotence, omnipresence, eternal। he had both of their terms including to the absolute nirguna of sarguna। the words of the once is also used in vanis। ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਦੱਸਦੇ ਨੇ ਵੀ ਜਿਹੜਾ ਰੱਬ ਆ ਉਹ ਕੀ ਹੈ, ਸਭ ਤੋਂ ਵੱਡੀ ਪਾਵਰ ਆ ਜਿਹਦੀ ਕੋਈ ਵੀ ਹੋਂਦ ਨਹੀਂ ਹੈਗੀ, ਅਤੇ ਉਹ ਕੀ ਨੇ ਸਰਬ ਵਿਅਕਤੀ ਨੇ, ਸਰਬ ਸ਼ਕਤੀਮਾਨ ਨੇ, ਅਤੇ ਉਹਨਾਂ ਦੀ ਜਿਹੜੀ ਬੋਡੀ ਆ ਉਹ ਕੀ ਆ ਨਿਰਗਾਨ ਅਤੇ ਸਰਗਾਨਸ ਆ, ਅਤੇ ਉਹਨਾਂ ਦੀ ਜਿਹੜੀ ਬਾਣੀਜ਼ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਵਰਡ ਯੂਜ਼ ਕੀਤੇ ਨੇ। ਉਸ ਤੋਂ ਬਾਅਦ ਹੈ what types of to the scared thread of did ਗੁਰੂ ਨਾਨਕ ਦੇਵ ਜੀ wanted। ਗੁਰੂ ਨਾਨਕ ਦੇਵ ਜੀ ਕਿਸ ਤਰ੍ਹਾਂ ਦਾ ਪਵਿੱਤਰ ਜਨੇਊ ਪਾਉਣਾ ਚਾਹੁੰਦੇ ਸੀ। ਜੇ ਗੁਰੂ ਨਾਨਕ ਦੇਵ ਜੀ wanted to the scared thread of the pure deeds according to him such of to the scared thread never been broken or to be strained। ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਮੈਨੂੰ ਇੱਕ ਪਵਿੱਤਰਤਾ ਦਾ ਪੂਰਨ ਜਿਹੜਾ ਇੱਕ ਧਾਗਾ ਮਿਲਣਾ ਚਾਹੀਦਾ ਜਿਹੜਾ ਕਿ ਚੰਗੇ ਕਰਮਾਂ ਦੁਆਰਾ ਬਣਿਆ ਹੋਵੇ, ਅਜਿਹਾ ਧਾਗਾ ਜਿਹੜਾ ਵਾ ਉਹ ਕਦੇ ਵੀ ਨਹੀਂ ਟੁੱਟੇਗਾ, ਅਤੇ ਮੈਂ ਉਹਨੂੰ ਹਮੇਸ਼ਾ ਆਪਣੇ ਨਾਲ ਰੱਖ ਸਕਦਾ ਵਾਂ। ਨੈਕਸਟ ਕੁਐਸਚਨ ਹੈ ਵਟ ਇਜ਼ ਦੀ ਮੀਨਿੰਗ ਆਫ ਸੱਚਾ ਸੌਦਾ। ਸੱਚਾ ਸੌਦਾ ਦਾ ਕੀ ਮੀਨਿੰਗ ਆ। ਦੀ ਮੀਨਿੰਗ ਆਫ ਦੀ ਸੱਚਾ ਸੌਦਾ ਇਜ਼ ਪ੍ਰੋਡਿਊਸ ਡੀਲ ਔਰ ਟੂ ਇਨ ਦੀ ਅਦਰ words
a true kinds of the business. Guru Nanak Dev Ji was made the blue steels by the spending 20 rupees to feed the to the sons। ਵੀ ਸੱਚਾ ਸੌਦਾ ਮਾਪ ਵੀ ਇੱਕ ਪਵਿੱਤਰ ਵਪਾਰ ਕਰਨਾ ਹੁੰਦਾ ਵਾ ਜਾਂ ਹੋਲੀ ਵਪਾਰ ਕਰਨਾ ਹੁੰਦਾ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਕੀਤਾ। 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਕੀ ਕੀਤਾ, ਭੋਜਨ ਛਕਾ ਕੇ ਇਹ ਕੰਮ ਕੀਤਾ। ਉਸ ਤੋਂ ਬਾਅਦ ਹੈ ਸਾਡੇ ਸ਼ਾਰਟ ਕੁਐਸਚਨ ਆਨਸਰ। ਦੇਖੋ ਜੀ ਫਸਟ ਕੀ ਆ, ਰਾਈਟ ਇਨ ਦੀ ਬਲੀਫ ਕਨਸੈਪਟ ਆਫ ਦੀ ਗੋਡ ਆਫ ਦੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਗੋਡ ਨੇ ਉਹਨਾਂ ਦੇ ਬਾਰੇ ਕੀ ਕਨਸੈਪਟ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਉਹਦੇ ਬਾਰੇ ਤੁਸੀਂ ਦੱਸਣਾ ਵਾ। ਦੀ ਗੋਡ ਇਜ਼ ਵਨ, ਉਹਨਾਂ ਨੇ ਪਹਿਲਾਂ ਕਹਿਣਾ ਸੀ ਵੀ ਰੱਬ ਇੱਕ ਹੈ। ਗੁਰੂ ਨਾਨਕ ਦੇਵ ਜੀ ਗਿਵ ਦੀ ਮੈਸੇਜ ਦੈਟ ਦੇਅਰ ਇਜ਼ ਅ ਵਨ ਗੋਡ, he was not to be a different from the different people, or thus he could not be a divided। he gives to the message of the one supreme frameless or supremer ਓਂਕਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਰੱਬ ਜਿਹੜਾ ਵਾ ਉਹ ਇੱਕ ਆ, ਰੱਬ ਨੂੰ ਅਸੀਂ ਕਦੇ ਵੀ ਬੰਦਿਆਂ ਦੁਆਰਾ ਨਹੀਂ ਵੰਡਿਆ ਜਾਣਾ ਚਾਹੀਦਾ। ਅਤੇ ਉਹ ਹਮੇਸ਼ਾ ਕਹਿੰਦੇ ਸੀ ਵੀ ਜਿਹੜਾ ਰੱਬ ਆ ਉਹਦੀ ਕੀ ਆ, ਬੋਡੀ ਜਿਹੜੀ ਆ ਉਹ ਫੋਰਮਲੈਸ ਆ, ਵੀ ਉਹਦੀ ਕੋਈ ਵੀ ਆਕਾਰ ਨਹੀਂ ਹੈ, ਨਾ ਉਹਦਾ ਕੋਈ ਸਾਈਜ਼ ਆ, ਉਹ ਕੀ ਆ ਇੱਕ ਓਂਕਾਰ ਆ, ਵੀ ਉਹ ਅਨੰਤ ਦੇ ਵਿੱਚ ਨਾ ਕਿਸੇ ਨੇ ਦੇਖਿਆ, ਨਾ ਉਹਨੂੰ ਕੋਈ ਵੀ ਪ੍ਰਦੇਸ਼ ਕਰ ਸਕਦਾ, ਜਾਂ ਉਹਨਾਂ ਨੂੰ ਕੋਈ ਵੀ ਐਕਸਪਲੇਨ ਨਹੀਂ ਕਰ ਸਕਦਾ। ਗੋਡ ਇਜ਼ ਅ ਫੇਮਲੈਸ ਐਂਡ ਸੈਲਫ ਕ੍ਰੀਏਟਡ, ਵੀ ਜਿਹੜਾ ਰੱਬ ਆ ਉਹਦਾ ਕੋਈ ਵੀ ਆਕਾਰ ਨਹੀਂ ਹੈ ਅਤੇ ਉਹ ਅਮੂਰਤ ਹੈ ਅਤੇ ਉਹਨੂੰ ਕੋਈ ਵੀ ਕ੍ਰੀਏਟ ਕਰ ਸਕਦਾ ਵਾ। ਗੁਰੂ ਨਾਨਕ ਦੇਵ ਜੀ ਪ੍ਰੂਵਡ that the supreme God is frameless without attributes and absolute। the supreme God is a attributes which cannot be explained in the words। the Guru Sahib further teach that the God is self-created and not bound by the law of time, hence he cannot to be a present the form of the idols and worship। ਵੀ ਜਿਹੜਾ ਰੱਬ ਆ ਉਹ ਕੀ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਕੋਈ ਵੀ ਆਕਾਰ ਨਹੀਂ ਹੈ, ਉਹ ਕੀ ਨੇ, ਸੱਚਾ ਹੈ, ਪਰ ਉਹ ਫਿਰ ਵੀ ਸੱਚ ਹੈ ਅਤੇ ਉਹਦਾ ਕੋਈ ਆਕਾਰ ਨਹੀਂ ਹੈ, ਨਾ ਉਹਨਾਂ ਰੰਗ ਰੂਪ ਆ ਕੋਈ। ਉਹ ਫਿਰ ਵੀ ਆਪਣੇ ਜਿਹੜੇ ਵਰਡਸ ਦੇ ਵਿੱਚ ਗੁਰੂ ਸਾਹਿਬ ਜੀ ਉਹਨੂੰ ਐਕਸਪਲੇਨ ਕਰਦੇ ਆ ਵੀ ਜਿਹੜੇ ਰੱਬ ਆ ਉਹ ਸੈਲਫ ਕ੍ਰੀਏਟਡ ਆ ਅਤੇ ਉਹਨੂੰ ਕੋਈ ਵੀ ਲਾਅ ਜਿਹੜਾ ਵਾ ਬੰਨ੍ਹ ਕੇ ਨਹੀਂ ਰੱਖ ਸਕਦੀ ਹੈਗੀ, ਅਤੇ ਉਹ ਹਮੇਸ਼ਾ ਕੀ ਨੇ, ਜਿਹੜੀ ਭਗਤੀ ਦੇ ਨਾਲ ਤੁਸੀਂ ਰੱਬ ਨੂੰ ਜਿਹੜਾ ਪਾ ਸਕਦੇ ਹੋ। ਉਸ ਤੋਂ ਬਾਅਦ ਹੈ ਗੋਡ ਇਜ਼ ਓਮਨੀਟੈਂਟਸ ਐਂਡ ਓਮਨੀ ਪ੍ਰੈਜੈਂਟਸ। ਗੁਰੂ ਨਾਨਕ ਦੇਵ ਜੀ ਐਕਸਪਲੇਨ ਦੈਟ ਦੀ ਗੋਡ ਇਜ਼ ਓਮਨੀਟੈਂਟ ਐਂਡ ਓਮਨੀ ਪ੍ਰੈਜੈਂਟਸ, ਹੀ ਐਗਜ਼ਿਸਟਿੰਗ ਐਵਰੀਵੇਅਰ, ਹੀ ਕੈਨੋਟ ਬੀ ਕਨਫਰਮਡ ਵਿਦ ਦੀ four walls of the temples and mosques। ਜਿਹੜਾ ਰੱਬ ਆ ਉਹ ਕੀ ਹੈ, ਸਰਬ ਵਿਆਪੀ ਹੈ, ਸਰਬ ਸ਼ਕਤੀਮਾਨ ਆ। ਗੁਰੂ ਨਾਨਕ ਦੇਵ ਜੀ ਦੱਸਦੇ ਨੇ ਵੀ ਜਿਹੜਾ ਰੱਬ ਆ ਉਹ ਸਰਬ ਸ਼ਕਤੀਮਾਨ ਅਤੇ ਸਰਬ ਵਿਆਪੀ ਆ, ਅਤੇ ਉਹ ਹਰੇਕ ਕਿਤੇ ਆ, ਅਤੇ ਉਹਨੂੰ ਕਦੇ ਵੀ ਅਸੀਂ ਚਾਰ ਦੀਵਾਰੀਆਂ ਵਿੱਚ ਕੈਦ ਨਹੀਂ ਕਰ ਸਕਦੇ, ਚਾਹੇ ਉਹ ਮੰਦਰ ਹੋਵੇ ਚਾਹੇ ਮਸਜਿਦ ਹੋਵੇ। ਚੌਥਾ ਹੈ ਗੋਡ ਇਜ਼ ਸੁਪਰੀਮ, ਵੀ ਜਿਹੜਾ ਰੱਬ ਆ ਉਹ ਕੀ ਆ, ਸਰਬਸ਼੍ਰੇਸ਼ਟ ਆ, ਉਹ ਤੋਂ ਉੱਪਰ ਕੋਈ ਵੀ ਨਹੀਂ ਹੈ। ਅਕੋਰਡਿੰਗ ਟੂ ਦੀ ਗੁਰੂ ਨਾਨਕ ਦੇਵ ਜੀ ਦੀ ਗੋਡ ਇਜ਼ ਸੁਪਰੀਮ, ਹੀ ਇਜ਼ incomparable, he is impossible to measure the depth of his grace and greatness। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹ ਦੱਸਦੇ ਆ ਵੀ ਰੱਬ ਜਿਹੜਾ ਵਾ ਉਹ ਸੁਪਰੀਮ ਆ, ਸਭ ਤੋਂ ਵੱਡਾ ਵਾ, ਉਹ ਜਿਹੜੇ ਨੇ ਉਹਨੂੰ ਕੋਈ ਵੀ ਕੰਪੇਅਰ ਨਹੀਂ ਕਰ ਸਕਦਾ। ਇੰਪੋਸੀਬਲ ਆ ਉਸ ਦੀ ਡੈਥ ਨੂੰ ਜਾਂ ਉਸ ਦੀ ਜਿਹੜੀ ਅੱਛਾਈ ਆ, ਉਹਦੀ ਚੰਗਿਆਈ ਨੂੰ ਸਮਝਣਾ, ਉਹਨੂੰ ਕੋਈ ਵੀ ਬੰਦਾ ਨਹੀਂ ਸਮਝ ਸਕਦਾ ਅਤੇ ਨਾ ਹੀ ਉਹ ਤੋਂ ਕੋਈ ਪਾਰ ਪਾ ਸਕਦਾ। ਲਾਸਟ ਹੈ ਜੀ ਗੋਡ ਇਜ਼ ਦਾ ਕੰਪੈਸ਼ਨੇਟ, ਜੀ ਰੱਬ ਜਿਹੜਾ ਵਾ ਉਹ ਦਿਆਲੂ ਹੁੰਦਾ ਵਾ। ਗੁਰੂ ਨਾਨਕ ਦੇਵ ਜੀ ਗਿਵ ਦੀ ਮੈਸੇਜ ਦੈਟ ਦੀ ਗੋਡ ਵਾਜ਼ compassionate, he attends to his true shakers wherever they needs him। ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਵੀ ਜਿਹੜਾ ਰੱਬ ਆ ਉਹ ਕੀ ਆ, ਦਿਆਲਤਾ ਨਾਲ ਭਰਿਆ ਹੋਇਆ ਵਾ, ਅਤੇ ਉਹ ਕੀ ਆ, ਸੱਚੇ ਅਤੇ ਰਿਐਲਿਟੀ ਦੇ ਨਾਲ ਹੀ ਜੁੜਿਆ ਰਹਿੰਦਾ ਵਾ, ਅਤੇ ਉਹਨੂੰ ਹਮੇਸ਼ਾ ਸੱਚੇ ਲੋਕ ਹੀ ਚਾਹੀਦੇ ਆ। ਸੌਰੀ। ਨੈਕਸਟ ਕੁਐਸਚਨ ਹੈ ਵਿਚ ਪਲੇਸ ਗੁਰੂ ਨਾਨਕ ਦੇਵ ਜੀ ਵਿਜ਼ਿਟ ਡਿਊਰਿੰਗ ਟੂ ਦੀਅਰ ਸੈਕਿੰਡ ਉਦਾਸੀ ਟਰੈਵਲ। ਜਦੋਂ ਦੂਸਰੀ ਉਦਾਸੀ ਉਹਨਾਂ ਨੇ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਕਿੱਧਰ ਨੂੰ ਗਏ। ਗੁਰੂ ਨਾਨਕ ਦੇਵ ਜੀ ਪਾਸ ਟੂ ਦੀਆਂ ਜਲੰਧਰ ਐਂਡ ਹੁਸ਼ਿਆਰਪੁਰ ਐਂਡ ਫਾਈਨਲੀ ਰੀਚ ਟੂ ਦੀਆਂ ਪ੍ਰੈਜ਼ੈਂਟ ਆਫ ਹਿਮਾਚਲ ਪ੍ਰਦੇਸ਼। ਦੀਆ ਗੁਰੂ ਸਾਹਿਬ ਵਿਜ਼ਿਟ ਟੂ ਦੀਆਂ ਬਿਲਾਸਪੁਰ, ਮੰਡੀ, ਸੁਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਾਤੀ ਐਂਡ ਮੇਡ many pupils his follower। Guru Sahib then visit to the Tibet, Kalsi mountain and Amarnath caves in Kashmir। After that Guru Sahib also visit Hassan Abdul and Sialkot, from there Guru Sahib come back to the Sultanpur Lodi। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਦੂਜੀ ਉਦਾਸੀ ਆ ਉਹ ਜਲੰਧਰ ਹੁਸ਼ਿਆਰਪੁਰ ਦੇ ਨਾਲ ਇਲਾਕੇ ਲੱਗਦਿਆਂ ਵਿੱਚ ਕੀਤਾ, ਜਿਹੜਾ ਕਿ ਅਤੇ ਉਹ ਪ੍ਰੈਜ਼ੈਂਟ ਹਿਮਾਚਲ ਦੇ ਵਿੱਚ ਵੀ ਗਏ। ਉਹ ਬਿਲਾਸਪੁਰ, ਮੰਡੀ, ਸਕੇਤ, ਜਵਾਲਾ ਜੀ, ਕਾਂਗੜਾ, ਕੁੱਲੂ ਆਦਿ ਸਥਾਨਾਂ ਦੇ ਉੱਤੇ ਗਏ ਅਤੇ ਉੱਥੇ ਆਪਣੇ ਕਈ ਸਾਰੇ ਫੋਲੋਅਰ ਵੀ ਬਣਾਏ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਜਿਹੜੇ ਸੀ ਉਹ ਤਿੱਬਤ ਕੈਲਾਸ਼ ਪਰਬਤ ਅਮਰਨਾਥ ਯਾਤਰਾ ਉਸ ਦੇ ਵਿੱਚ ਵੀ ਗਏ, ਅਤੇ ਉੱਥੋਂ ਵਿਜ਼ਿਟ ਕਰਦੇ ਹੋਏ ਉਹ ਹਸਨ ਅਬਦੁਲ ਅਤੇ ਸਿਆਲਕੋਟ ਵੀ ਗਏ, ਅਤੇ ਉਸ ਤੋਂ ਬਾਅਦ ਉਹ ਵਾਪਸ ਸੁਲਤਾਨਪੁਰ ਲੋਧੀ ਆ ਗਏ। ਉਸ ਤੋਂ ਬਾਅਦ ਕੀ ਹੈ,
ਡਿਸਕ੍ਰਾਈਬ ਦੀ ਸਕੇਅਰਡ ਥ੍ਰੈਡ ਸੈਰੇਮਨੀ ਆਫ ਦੀ ਗੁਰੂ ਨਾਨਕ ਦੇਵ ਜੀ, ਜਿਹੜਾ ਗੁਰੂ ਨਾਨਕ ਦੇਵ ਜੀ ਦੇ ਲਈ ਜਨੇਊ ਦੀ ਰਸਮ ਸੀਗੀ ਉਹਦਾ ਤੁਸੀਂ ਵਰਣਨ ਕਰਨਾ ਉਸ ਇੰਸੀਡੈਂਸ ਦਾ। ਗੁਰੂ ਨਾਨਕ ਦੇਵ ਜੀ had not yet to be completed to his salary education when it was to decide to confirm the sacred thread ceremony for the Guru Nanak Dev Ji by his parents। ਗੁਰੂ ਨਾਨਕ ਦੇਵ ਜੀ ਦੀ ਹਾਲੇ ਜਿਹੜੀ ਸਿੱਖਿਆ ਸੀ ਉਹ ਕੀ ਸੀਗੀ ਜਾਂ ਉਹਨਾਂ ਦੀ ਪੜ੍ਹਾਈ ਸੀ ਉਹ ਚੱਲ ਰਹੀ ਸੀ, ਅਤੇ ਉਦੋਂ ਇੱਕ ਟਾਈਮ ਆਇਆ ਜਦੋਂ ਉਹਨਾਂ ਦੇ ਕੀ ਆ ਪਵਿੱਤਰ ਜਨੇਊ ਜਿਹੜਾ ਚੜ੍ਹਾਉਣ ਦੀ ਰਸਮ ਕੀਤੀ ਗਈ ਉਹਨਾਂ ਦੇ ਪੇਰੈਂਟਸ ਦੁਆਰਾ। A day was fixed the ceremony as an auspicious day, all the relatives and brahmins were invited। ਅਤੇ ਉਹ ਇੱਕ ਦਿਨ ਜਿਹੜਾ ਸੀ ਉਹਨਾਂ ਦੇ ਪੇਰੈਂਟਸ ਦੁਆਰਾ ਅਤੇ ਉਹਨਾਂ ਦੇ ਪੰਡਿਤ ਜੀ ਦੁਆਰਾ ਡਿਸਾਈਡ ਕੀਤਾ ਗਿਆ ਵੀ ਇਸ ਦਿਨ ਕੀ ਆ ਗੁਰੂ ਨਾਨਕ ਦੇਵ ਜੀ ਦੇ ਜਨੇਊ ਚੜ੍ਹਾਇਆ ਜਾਵੇਗਾ, ਅਤੇ ਉਸ ਦਿਨ ਉਹਨਾਂ ਦੇ ਰਿਲੇਟਿਵ ਅਤੇ ਬ੍ਰਾਹਮਣਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ। ਅਤੇ ਪੰਡਿਤ ਹਰਦਿਆਲ ਐਕਟਿਲਸ ਹਾਮਨਸ ਮੰਤਰਾਸ ਐਂਡ asked to the Guru Nanak Dev Ji sit before him and wear the sacred thread। The Guru Nanak Dev Ji refused to bear the thread। Guru Sahib said that he did not need to the such of thread of his physical body but the permanent thread of his soul। Guru Sahib further states that he needed to the such of thread which has been not made to the cotton yarn but to the yarn of the right ਵਿਚੁਅਰਸ। ਵੀ ਜਿਹੜੇ ਪੰਡਿਤ ਹਰਦਿਆਲ ਜੀ ਸੀਗੇ ਉਹਨਾਂ ਨੇ ਜਿਹੜੇ ਮੰਤਰ ਪੜ੍ਹ ਕੇ ਉਹ ਰਸਮ ਜਿਹੜੀ ਉਹ ਸ਼ੁਰੂ ਕੀਤੀ, ਅਤੇ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਗਿਆ। ਉਹਨਾਂ ਦੇ ਥਰੈਡ ਪਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਉਹ ਥਰੈਡ ਪਾਉਣ ਤੋਂ ਇਨਕਾਰ ਕਰ ਦਿੱਤਾ, ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਅਜਿਹਾ ਥਰੈਡ ਜਾਂ ਅਜਿਹਾ ਧਾਗਾ ਚਾਹੀਦਾ ਜਿਹੜਾ ਕਿ ਮੇਰੀ ਫਿਜ਼ੀਕਲ ਬੋਡੀ ਦੇ ਉੱਤੇ ਫਿਜ਼ੀਕਲ ਬੋਡੀ 'ਤੇ ਨਾ ਲੱਗੇ ਬਲਕਿ ਮੇਰੀ ਆਤਮਾ ਦੇ ਵਿੱਚ ਪਰਮਾਨੈਂਟਲੀ ਵਸ ਜਾਵੇ, ਅਜਿਹਾ ਥਰੈਡ ਚਾਹੀਦਾ ਵਾ। ਕਹਿੰਦੇ ਜੀ ਉਹ ਥਰੈਡ ਜਿਹੜਾ ਵਾ ਉਹ ਕਾਟਨ ਦਾ ਬਣਿਆ ਹੋਣਾ ਚਾਹੀਦਾ ਵਾ, ਅਤੇ ਕਾਟਨ ਦਾ ਚਾਹੇ ਉਹ ਨਾ ਬਣਿਆ ਹੋਵੇ ਪਰ ਉਹ ਸੱਚਾਈ ਅਤੇ ਅਸਲੀ ਜਾਂ ਫਿਰ ਕਹਿ ਦਿਓ ਸਦਗੁਣਾਂ ਦੇ ਨਾਲ ਭਰਿਆ ਹੋਣਾ ਚਾਹੀਦਾ ਵਾ। ਨੈਕਸਟ ਹੈ ਵਟ ਪ੍ਰੋਫੈਸ਼ਨ ਗੁਰੂ ਨਾਨਕ ਦੇਵ ਜੀ ਵਾਜ਼ ਅਡੋਪਟਡ ਇਨ ਹਿਜ਼ ਅਰਲੀਅਰ ਲਾਈਫ। ਜਦੋਂ ਉਹ ਛੋਟੇ ਸੀਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕੀਤੇ। ਆਨਸਰ ਹੈ ਗੁਰੂ ਨਾਨਕ ਦੇਵ ਜੀ ਵਾਜ਼ ਹੈਡ ਟੂ ਦੀ ਸਟਾਰਟਿੰਗ ਟੂ ਦੀ ਸ਼ੋਇੰਗ disinterest in his education and worldly affair at to the very young age। His father was arranged him in the cattle grazing to the divert his interest to the worldly affairs। ਗੁਰੂ ਨਾਨਕ ਦੇਵ ਜੀ ਜਦੋਂ ਛੋਟੇ ਸੀਗੇ ਤਾਂ ਉਹਨਾਂ ਦਾ ਇੰਟਰਸਟ ਜਿਹੜਾ ਸੀਗਾ ਉਹ ਪੜ੍ਹਾਈ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਸੀ, ਅਤੇ ਨਾ ਹੀ ਉਹਨਾਂ ਦੇ ਦੁਨਿਆਵੀ ਕੰਮਾਂ ਦੇ ਵਿੱਚ ਸੀ। ਜਦੋਂ ਤੱਕ ਉਹ ਜਵਾਨ ਹੋਏ ਅਤੇ ਉਹਨਾਂ ਦੇ ਫਾਦਰ ਚਾਹੁੰਦੇ ਸੀ ਵੀ ਉਹਨਾਂ ਨੂੰ ਕੀ ਆ ਵੀ ਪਸ਼ੂ ਚਰਾਉਣ ਦੇ ਵਿੱਚ ਲਾ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਜਿਹੜਾ ਮਾਈਂਡ ਆ ਜਾਂ ਉਹਨਾਂ ਦਾ ਇੰਟਰਸਟ ਆ ਉਹ ਕੀ ਆ ਸੰਸਾਰ ਵੱਲ ਨੂੰ ਹੋ ਜਾਵੇ। ਵਾਈਲ ਔਨ ਕੈਟਲ ਗ੍ਰੇਸਿੰਗ ਰਾਊਂਡ ਹੀ ਰਿਮੇਨਡ ਟੂ ਦੀ engrossed in the deep meditations and his cast to the stared into the field of to the another people। They are troubled by the complaints and of the neighbors farmers। His father decided to put him in the business। He gave him to the 20 rupees to start the some business, but Guru Nanak Dev Ji spent all the money in the feeding of Sant and blenders। In this incident of his life is popular as to the ਸੱਚਾ ਸੌਦਾ and plover deal। ਕਹਿੰਦੇ ਇਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹਨਾਂ ਨੂੰ ਪਸ਼ੂ ਚਰਾਉਣ ਦੇ ਲਈ ਭੇਜਿਆ ਗਿਆ। ਉਹ ਹਮੇਸ਼ਾ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ। ਜਿਹੜੇ ਪਸ਼ੂ ਸੀਗੇ ਉਹ ਦੂਜਿਆਂ ਦੇ ਖੱਤਿਆਂ ਦੇ ਵਿੱਚ ਵੜ ਜਾਂਦੇ ਸੀ, ਅਤੇ ਜ਼ਿਆਦਾਤਰ ਉਹਨਾਂ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਗੁਆਂਢੀ ਸੀ ਜਾਂ ਉਸ ਖੇਤ ਦੇ ਮਾਲਿਕ ਸੀ ਉਹਨਾਂ ਨੇ ਹਮੇਸ਼ਾ ਕੰਪਲੇਂਟ ਕੀਤੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਉਹ ਕਦੇ ਵੀ ਸਹੀ ਢੰਗ ਦੇ ਨਾਲ ਜਿਹੜਾ ਕੰਮ ਉਹ ਨਹੀਂ ਕਰਦੇ। ਤਾਂ ਉਹਨਾਂ ਦੀ ਕੰਪਲੇਂਟ ਤੋਂ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ 20 ਰੁਪਏ ਦਿੱਤੇ ਤਾਂ ਜੋ ਕੀ ਆ ਉਹ ਕੋਈ ਵੀ ਨਾ ਕੋਈ ਜਿਹੜਾ ਵਪਾਰ ਆ ਜਾਂ ਬਿਜ਼ਨਸ ਆ ਉਹ ਸਟਾਰਟ ਕਰ ਲੈਣ। ਪਰ ਗੁਰੂ ਨਾਨਕ ਦੇਵ ਜੀ ਨੇ ਉਸ 20 ਰੁਪਏ ਦਾ ਭੁੱਖੇ ਸਾਧੂ ਸੰਤਾਂ ਨੂੰ ਭੋਜਨ ਚੁਕਾ ਦਿੱਤਾ, ਅਤੇ ਇੰਸੀਡੈਂਸ ਜਿਹੜਾ ਸੀ ਉਹ ਸੱਚਾ ਸੌਦਾ ਦੇ ਨਾਮ ਦੇ ਨਾਲ ਵੀ ਪ੍ਰਸਿੱਧ ਹੋਇਆ। ਉਸ ਤੋਂ ਬਾਅਦ ਹੈ ਰਾਈਟ ਅਬਾਊਟ ਟੂ ਦੀਆਂ ਪਲੇਸਿਸ ਆਫ ਦੀ ਗੁਰੂ ਨਾਨਕ ਦੇਵ ਜੀ ਵਿਜ਼ਿਟ ਡਿਊਰਿੰਗ ਟੂ ਹਿਜ਼ ਫਸਟ ਉਦਾਸੀ। ਗੁਰੂ ਨਾਨਕ ਜੀ ਜਦੋਂ ਫਸਟ ਉਦਾਸੀ ਉਹਨਾਂ ਨੇ ਕੀਤੀ ਤਾਂ ਕਿਹੜੀ ਪਲੇਸਾਂ ਦੇ ਉੱਤੇ ਗਏ। ਗੁਰੂ ਨਾਨਕ ਦੇਵ ਜੀ ਵਿਜ਼ਿਟ ਟੂ ਦੀਆਂ ਫੋਲੋਇੰਗ ਪਲੇਸਿਸ, ਉਹ ਪਹਿਲੀ ਥੱਲੇ ਦਿੱਤੀਆਂ ਪਲੇਸਾਂ ਦੇ ਵਿੱਚ ਗਏ। ਗੁਰੂ ਸਾਹਿਬ ਵੈਂਟ ਟੂ ਦੀਆਂ ਸੁਲਤਾਨਪੁਰ ਲੋਧੀ ਟੂ ਦੀਆਂ ਸੱਯਦਪੁਰ ਵੇਅਰ ਦੀਆਂ ਗੁਰੂ ਨਾਨਕ ਵਾਸ ਟੂ ਦੀਆਂ ਭਾਈ ਲਾਲੋ ਜੀ ਹਿਜ਼ ਫੋਲੋਅਰ। ਅਤੇ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਸੁਲਤਾਨਪੁਰ ਲੋਧੀ ਤੋਂ ਸੱਯਦਪੁਰ ਗਏ ਅਤੇ ਉੱਥੇ ਉਹਨਾਂ ਨੇ ਆਪਣਾ ਇੱਕ ਨਵਾਂ ਫੋਲੋਅਰ ਬਣਾਇਆ ਭਾਈ ਲਾਲੋ ਜੀ। ਗੁਰੂ ਸਾਹਿਬ ਜੀ ਵਿਜ਼ਿਟ ਟੂ ਦੀਆਂ ਤੁਲੰਬਾ ਕੁਰੂਕਸ਼ੇਤਰ ਪਾਣੀਪਤ ਐਂਡ ਗੁਰੂ ਸਾਹਿਬ ਗੇਵ ਅ ਮੈਸੇਜ ਟੂ ਦੀਆਂ ਡੂਇੰਗ ਦੀ ਰਾਈਟ ਡੀਡ ਟੂ ਦੀਆਂ ਪੀਪਲਸ ਆਫ ਦੋਜ਼ ਏਰੀਆਜ਼। ਵੀ ਉਹ ਜਿਹੜੇ ਤੁਲੰਬਾ ਕੁਰੂਕਸ਼ੇਤਰ ਅਤੇ ਪਾਣੀਪਤ ਵੀ ਗਏ ਅਤੇ ਉੱਥੇ ਦੇ ਲੋਕਾਂ ਨੂੰ ਉਹਨਾਂ ਨੇ ਸਹੀ ਰਸਤੇ 'ਤੇ ਚੱਲਣ ਦਾ ਬਾਰੇ ਵੀ ਜਾਂ ਚੰਗੀਆਂ ਆਦਤਾਂ ਜਾਂ ਚੰਗੇ ਕੰਮ ਕਰਨ ਬਾਰੇ ਉਹਨਾਂ ਨੂੰ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਸੀ ਫਰੋਮ ਪਾਣੀਪਤ ਗੁਰੂ ਸਾਹਿਬ ਜੀ ਰਿਜੈਕਟ ਗੁਰੂ ਸਾਹਿਬ ਰੀਚ ਟੂ ਦੀ ਹਰਿਦੁਆਰ
Vaidia Delhi, Guru Sahib preached against to the superstitions of all those places। ਕਹਿੰਦੇ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਆਪਣੀ ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਤੋਂ ਲੈ ਕੇ ਉਹ ਦਿੱਲੀ ਦੇ ਵਿੱਚੋਂ ਹੀ ਲੰਘਦੇ ਹੋਏ ਹਰਿਦੁਆਰ ਪਹੁੰਚੇ ਅਤੇ ਉੱਥੇ ਲੋਕਾਂ ਨੂੰ ਜਿਹੜੇ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਸੀ ਉਹਨਾਂ ਦਾ ਖੰਡਨ ਕੀਤਾ ਅਤੇ ਉਹਨਾਂ ਨੂੰ ਸਹੀ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ। ਦੈਨ ਗੁਰੂ ਸਾਹਿਬ ਜੀ ਵਿਜ਼ਿਟ ਟੂ ਦੀਆਂ ਕੇਦਾਰਨਾਥ, ਬਦਰੀਨਾਥ, ਗੋਰਖਮਾਤਾ, ਬਨਾਰਸ, ਪਟਨਾ, ਹਾਜੀਪੁਰ, ਦੁਲਬੀ, ਕਾਮਰੂਪ, ਸ਼ਿਲੋਂਗ, ਡੈਕਾ, ਜਗਨਨਾਥਪੁਰੀ ਐਂਡ ਹੰਬਲਸ ਆਫ ਦੀ ਪਲੇਸਿਸ ਇਨ ਸਾਊਥ ਇੰਡੀਆ। ਤਾਂ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਗੋਰਖਮਾਤਾ, ਬਨਾਰਸ, ਹਾਜੀਪੁਰ, ਦੁਬਲੀ ਅਜਿਹੇ ਏਰੀਆ ਦੇ ਵਿੱਚ ਗਏ ਅਤੇ ਉਹ ਜਿਹੜੇ ਕਿ ਦੱਖਣੀ ਭਾਰਤ ਦਾ ਹਿੱਸਾ ਹੈਗੇ ਆ। ਫਾਈਨਲੀ ਗੁਰੂ ਨਾਨਕ ਦੇਵ ਜੀ ਕੇਮ ਬੈਕ ਟੂ ਦੀ ਪਾਕਪਟਨ ਟੂ ਸੁਲਤਾਨਪੁਰ ਲੋਧੀ ਬਾਇਆ ਦਲੀਪੁਰ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਪਾਕਪਟਨਮ ਦੇ ਵਿੱਚ ਜਿਹੜੇ ਸੀ ਉਹ ਦੁਬਾਰਾ ਵਾਪਸ ਆ ਗਏ ਸੁਲਤਾਨਪੁਰ ਲੋਧੀ ਹੋ ਕੇ ਬਾਇਆ ਦਲੀਪੁਰ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ ਰਾਈਟ ਅਬਾਊਟ ਟੂ ਦੀ ਇੰਪੋਰਟੈਂਟ ਪਲੇਸ ਵਿਜ਼ਿਟ ਟੂ ਦੀ ਗੁਰੂ ਨਾਨਕ ਦੇਵ ਜੀ ਡਿਊਰਿੰਗ ਦੀ ਥਰਡ ਉਦਾਸੀ। ਤੀਜੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਜਿਹੜੇ 3 ਇੰਪੋਰਟੈਂਟ ਪਲੇਸਾਂ ਦਿੱਤੇ ਗਏ ਉਹਨਾਂ ਦੇ ਨਾਮ ਦੱਸਣੇ ਆ। ਉਹਨਾਂ ਦੀ ਤੀਜੀ ਉਦਾਸੀ ਦੇ ਵਿੱਚ ਉਹ ਪਾਕਪਟਨ ਤੋਂ ਚੱਲੇ ਸੀਗੇ ਅਤੇ ਉਹਨਾਂ ਨੇ ਜਿਹੜੀਆਂ ਨੀਚੇ ਦਿੱਤੀਆਂ ਪਲੇਸਿਸ ਨੇ ਉੱਥੇ ਉਹ ਗਏ। ਪੇਸ਼ਾਵਰ, ਅਬੂ ਮਦਾਨ, ਬਾਗਦੰਬ, ਤੇਹਾਨ ਅਤੇ ਗੁਜਰਾਤ ਇਹ ਜਿਹੜੀਆਂ ਪਲੇਸਾਂ ਸੀਗੀਆਂ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦਾ ਉਦੇਸ਼ ਦਿੱਤਾ ਅਤੇ ਲੋਕਾਂ ਨੂੰ ਸਹੀ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਅਤੇ ਜੇਕਰ ਸੈਸ਼ਨ ਪਸੰਦ ਆਇਆ ਅਤੇ ਮੇਰੀ ਪੜ੍ਹਾਈ ਦੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਜੋ ਕੀ ਆ ਮੈਨੂੰ ਵੀ ਪਤਾ ਲੱਗੇ ਕਿ ਜਿਹੜੇ ਮੇਰੀ ਸਟੱਡੀ ਕਰਾਈ ਗਈ ਆ ਉਹ ਤੁਹਾਨੂੰ ਵੀ ਵਧੀਆ ਲੱਗੀ ਅਤੇ ਤੁਸੀਂ ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜੀ ਨੌਲੇਜ ਉਹ ਵੀ ਗੇਨ ਕਰ ਰਹੇ ਹੋ। ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਕਮੈਂਟਸ ਕਰੋ ਅਤੇ ਲਾਈਕ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।